महला पंजवा। हर हर नाम अपार अमूली, प्राण प्यारो मन आधारो। चीत चित बहु जैसे पांत बोली। हर हर नाम अपार अमोली, प्राण आधारो मन आधारो। चीत चित बहु जैसे पांत बोली। रहाउ सहज समायो गुरहे बतायो, रंग रंगी मेरे तन की चोली। प्रमुख लागो जो बड़ भागो, सुहाग हमारो कतहि ना डोली। रूप ना धूप ना गंध ना दीपा, योत पोत अंग अंग संग मौली। कहो नानक प्ररवि सुहागण, अतनिकी मेरी बनी खटोली। कहो नानक प्ररवि सुहागण, अतनिकी मेरी बनी खटोली। शब्द गुरु साहिब श्री गुरु ग्रंथ साहिब महाराज जी दी पावन पवित्र हजूरी दे विच सुभाईमान गुरु प्यारिओ, आप वडभागे हों सतगुरां दी पावन बुक्कल विच बैठण दा सुभाग मिलिया। आओ गुरफतेह दी सांझ पाईए, बाणी दी आरंभता करिए। सारिਆਂ ने बोलना जी आखिओ वाहिगुरु जी का खालसा वाहिगुरु जी की फतेह। सतगुरु पातशाह जी ने अज दे इस पावन शब्द विच बड़ी प्यारी बख्शिश कीती है। तन धन श्री गुरु अर्जन देव महाराज जिक्र की करते ने, बिलावल महला पंजवा। हर हर नाम अपार अमूली। रहाउ दी तुक ते शब्द दी पहली तुक है, जिहदे विच पातशाह ने परमेश्वर दे नाम बारे गल कीती है। कहंदे वो परमात्मा दा नाम आ जिहड़ा बड़ा अमोलक है। अमुल गुण अमुल वपार, अमुल वपारी है, अमुल भंडार। हर हर नाम अपार अमोली। वो परमात्मा प्रभु दा नाम बड़ा महंगा है। सतगुरु पातशाह जी कहंदे किसी भी दुनियावी पदार्थ के बरोबर नहीं मिल सकता। दुनिया की कोई भी अजिही वस्तु पदार्थ नहीं है जिहड़ा कि परमात्मा दे नाम दा व्यापार कर सके, खरीद सके। दुनिया का ऐसा कोई भी पदार्थ नहीं है। अपार अमूली, बड़ा महंगा गा अमोलक है, उहदा मुल नहीं पाया जा सकता। फिर पासे जिक्र करते ने, कहंदे प्राण प्यारो मने आधारो, चीत चित बो जैसे पांत बोली। रहाओ पातशाह जी कहंदे जिमें कोई उदाहरण दिती है। कहंदे पान बेचण वाली जां बाला अपने पान दी कहंदे बड़ी निगाह रखदी है, ध्यान च रखदी है। इनू आपां भी कह सकते भी सुरत करके उहदी अख अपने इस पान च। जो उदाहरण दी है पातशाह ने, ये तो आपां समझना की आ भी जिमें एक पान बेचण वाली अपने पान च ध्यान रखदी आ, ते इवें जिमें इउं सतगुरु पातशाह जी कहंदे इउं की है। कहंदे इवें जिमें कहंदे तू भी वो परमात्मा नूं अपने चित्त दे विच रखिया कर, ध्यान विच रखिया कर, उहनूं भुलना नहीं है।
ਉਹਨੂੰ ਵਿਸਾਰਨਾ ਨਹੀਂ ਹੈ। ਉਹ ਪਰਮੇਸ਼ਰ ਪਰਮਾਤਮਾ ਹਮੇਸ਼ਾ ਤੇਰੇ ਅੰਗ ਸੰਗ ਆ। ਬਸ ਇੱਥੇ ਉਦਾਹਰਨ ਦਿੱਤੀ ਪਾਨ ਵੇਚਣ ਵਾਲੀ ਦੀ। ਇਵੇਂ ਜਿਵੇਂ ਤੂੰ ਭਾਈ ਉਹ ਮਾਲਕ ਨੂੰ ਚੇਤੇ ਰੱਖਿਆ ਕਰ। ਜਾਂ ਆਪਾਂ ਇਉਂ ਵੀ ਕਹਿ ਸਕਦੇ, ਜਿਵੇਂ ਕੋਈ ਮਾਂ ਆਪਣੇ ਬੱਚੇ ਦਾ ਸੁਰਤ ਕਰਕੇ ਧਿਆਨ ਰੱਖਦੀ ਹੈ। ਸੁਰਤ ਕਰਕੇ, ਬੱਚਾ ਭਾਵੇਂ ਦੂਰ ਆ ਪਰ ਸੁਰਤ ਕਰਕੇ ਉਹ ਬੱਚੇ ਨੂੰ ਆਪਣੇ ਧਿਆਨ 'ਚ ਰੱਖਦੀ ਆ। ਇਵੇਂ ਜਿਵੇਂ ਆਪਾਂ ਇਉਂ ਵੀ ਕਹਿ ਸਕਦੇ ਹਾਂ, ਸੈਲ ਪੱਥਰ ਮੈਂ ਜੰਤੂ ਪਾਏ ਤਾਂ ਘਰ ਆਗਿਆ ਕਰ ਧਰਿਆ। ਹੁਣ ਜਿਹੜੇ ਪੱਥਰਾਂ ਦੇ ਵਿੱਚ ਜੀਵ ਨੇ, ਅਕਸਰ ਨਰਮਾਦਾ ਕਿਸਮ ਮਾਤਾ ਪਿਤਾ ਵਾਲੀ ਕਿਰਿਆ ਤਾਂ ਉਹਨਾਂ ਵਿੱਚ ਵੀ ਹੈ ਨਾ। ਉਹ ਵੀ ਇੱਕ ਦੂਜੇ ਜੀਵ ਨੂੰ ਆਪਣੇ ਧਿਆਨ 'ਚ ਰੱਖਦੇ ਨੇ ਤੇ ਪਰਮਾਤਮਾ ਉਹਨਾਂ ਨੂੰ ਰੋਜੀ ਰੋਟੀ ਦੇ ਰਿਹਾ ਹੈ। ਫਿਰ ਪਾਤਸ਼ਾਹ ਜੀ ਨੇ ਉਦਾਹਰਨ ਇੱਕ ਕੂੰਜ ਦੀ ਵੀ ਦਿੱਤੀ ਹੈਗੀ। ਪਾਤਸ਼ਾਹ ਜੀ ਕਹਿੰਦੇ ਇੱਕ ਕੂੰਜ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ ਵਿੱਚ ਪਹੁੰਚ ਜਾਂਦੀ ਹੈ, ਪਰ ਧਿਆਨ ਆਪਣੇ ਬੱਚਿਆਂ ਵਿੱਚ ਰੱਖਦੀ ਹੈ। ਸਤਿਗੁਰੂ ਪਾਤਸ਼ਾਹ ਨੇ ਇੱਥੇ ਬਸ ਸਾਨੂੰ ਸਮਝਾਇਆ, ਇੱਕ ਮਨੁੱਖਾ ਸਰੀਰ ਨੂੰ ਸਮਝਾਇਆ। ਕਹਿੰਦੇ ਇਵੇਂ ਜਿਵੇਂ ਤੂੰ ਨਾ ਉਹ ਪਰਮੇਸ਼ਰ ਪਰਮਾਤਮਾ ਦੇ ਨਾਲ ਆਪਣਾ ਧਿਆਨ ਜੋੜਿਆ ਕਰ। ਬਾਕੀ ਕੰਮਾਂ ਦੇ ਵਿੱਚੋਂ ਆਪਣਾ ਧਿਆਨ ਕੱਢ ਲੈ। ਉਹ ਕੰਮ ਕਿਰਤ ਨਾਲ ਜੁੜੇ ਹੋਣ ਵਾਲਿਆਂ ਚੋਂ ਨਹੀਂ ਕੰਮ ਚੋਂ ਧਿਆਨ ਕੱਢਣਾਗਾ। ਜਿਹੜੇ ਕੰਮ ਤੇਰੇ ਅਵਰ ਕਾਜ ਨੇ ਉਹਨਾਂ ਚੋਂ ਧਿਆਨ ਆਪਣਾ ਪਾਸੇ ਕਰ ਲਾ। ਫੋਕਟ ਕਰਮਾਂ ਦੇ ਵਿੱਚੋਂ ਜਿਹੜੇ ਕਰਮ ਨਾ ਭਾਵ ਫੋਕਟ ਕਰਮ ਨੇ, ਉਹਨਾਂ ਦੇ ਵਿੱਚੋਂ ਆਪਣਾ ਧਿਆਨ ਪਾਸੇ ਕਰ ਲਾ, ਫੋਕਟ ਕਰਮਾਂ ਚੋਂ। ਫਿਰ ਪਾਤਸ਼ਾਹ ਜੀ ਕਹਿੰਦੇ ਤੇਰੇ ਤੇ ਬਖਸ਼ਿਸ਼ ਆ ਜਿਹੜੀ ਉਹ ਹੋ ਜਾਣੀ ਆ। ਤੇਰੇ ਤੇ ਅਤੀ ਬਖਸ਼ਿਸ਼ ਹੋਣੀ ਆ, ਥੋੜੀ ਨਹੀਂ ਹੋਣੀ। ਜੇ ਤੂੰ ਅਵਰ ਕਾਜ ਤੇਰਾ ਕਿਤੇ ਨਾ ਕਾਮ ਵਿੱਚੋਂ ਭਾਵਨਾ ਕੱਢ ਲਵੇਂ, ਗੁਰੂ ਨਾਲ ਭਾਵਨਾ ਪਿਆਰ ਬਣਾ ਲਵੇਂ ਅਤੇ ਕਿਰਤ ਨਾਲ ਤੇਰਾ ਜੀਵਨ ਜੁੜ ਜਾਵੇ, ਫਿਰ ਜ਼ਿੰਦਗੀ ਸਵੱਛ ਹੈ। ਰਹਾਉ ਤੇ ਉਹ ਪਰਮਾਤਮਾ ਜਿਹਨੂੰ ਯਾਦ ਰੱਖਣਾ, ਜਿਹਨੂੰ ਧਿਆਨ 'ਚ ਰੱਖਣਾ, ਉਹ ਪਰਮਾਤਮਾ ਦਾ ਨਾਮ ਬੜਾ ਅਮੋਲਕ ਹੈ, ਬੜਾ ਮਹਿੰਗਾ ਹੈ। ਅਗਲੀ ਤੁਕ ਵਿੱਚ ਗੁਰੂ ਸਾਹਿਬ ਜੀ ਕੀ ਜ਼ਿਕਰ ਕਰਦੇ ਨੇ? ਕਹਿੰਦੇ ਸਹਿਜ ਸਮਾਇਓ ਗੁਰਹੇ ਬਤਾਇਓ। ਸਹਿਜ ਸਮਾਇਓ ਗੁਰੇ ਬਤਾਇਓ, ਰੰਗ ਰੰਗੀ ਮੇਰੇ ਤਨ ਕੀ ਚੋਲੀ। ਜਦੋਂ ਗੁਰੂ ਨੇ ਮੈਨੂੰ ਦੱਸ ਦਿੱਤਾ ਤਾਂ ਆਤਮਕ ਅਡੋਲਤਾ ਵਿੱਚ ਲੀਨ ਹੋ ਗਈ ਕਿ ਮੇਰਾ ਸਰੀਰ ਰੂਪੀ ਚੋਲਾ, ਸਰੀਰ ਰੂਪੀ ਚੋਲਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ। ਸਰੀਰ ਰੂਪੀ ਵਸਤਰ ਚੋਲਾ ਨਾ ਪਰਮੇਸ਼ਰ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ। ਹੁਣ ਇੱਥੇ ਜਿਹੜਾ ਰੰਗ ਹੈਗਾ ਉਹ ਕੋਈ ਇਸ ਤਰ੍ਹਾਂ ਦਾ ਰੰਗ ਨਹੀਂ ਹੈ ਵੀ ਕੋਈ ਸਾਡੇ ਸਮਾਜ ਦੇ ਵਿੱਚ ਵਿਚਰਨ ਵਾਲੇ ਜਿੰਨੇ ਵੀ ਲੋਕ ਨੇ ਸਾਰੇ ਰੰਗਾਂ ਤੋਂ ਜਾਣੂ ਨੇ। ਕੋਈ ਹਰਾ, ਲਾਲ, ਪੀਲਾ, ਇਦਾਂ ਦਾ ਰੰਗ ਨਹੀਂ ਹੈ। ਇਹ ਪ੍ਰੇਮ ਦਾ ਰੰਗ ਹੈਗਾ। ਇਹਨਾਂ ਰੰਗਾਂ ਵਿੱਚ ਵੀ ਕੱਪੜੇ ਰੰਗੀ ਦੇ ਨੇਗੇ ਤੇ ਪ੍ਰੇਮ ਦੇ ਰੰਗ ਵਿੱਚ ਵੀ ਕੱਪੜਾ ਰੰਗੀਦਾ, ਪਰ ਉਹ ਕੱਪੜੇ ਦਾ ਹੀ ਫਰਕ ਹੈਗਾ। ਉਹ ਕੱਪੜਾ ਮਸ਼ੀਨ ਦਾ ਬਣਿਆ ਹੋਇਆ, ਨਰਮੇ ਕਪਾਹ ਤੋਂ ਤਿਆਰ ਹੋਇਆ। ਪਰ ਜਿਹੜਾ ਸਰੀਰ ਰੂਪੀ ਕੱਪੜਾ ਗਾ, ਇਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਭਾਣੇ ਵਿੱਚ, ਉਹਦੀ ਬਖਸ਼ਿਸ਼ ਵਿੱਚ, ਉਹਦੀ ਰਜ਼ਾ ਵਿੱਚ ਸਾਨੂੰ ਮਿਲਿਆ। ਤੇ ਹੁਣ ਸਰੀਰ ਰੂਪੀ ਕੱਪੜੇ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਰੂਪੀ ਰੰਗ ਵਿੱਚ ਰੰਗਣਾ ਹੈ। ਪਾਤਸ਼ਾਹ ਨੇ ਕਿਹਾ ਸਹਿਜ ਸਮਾਇਓ, ਸਹਿਜ ਦੀ ਅਵਸਥਾ ਵਾਲਾ ਆਪਣਾ ਜੀਵਨ ਆ ਜਿਹੜਾ ਉਹ ਬਣਾ। ਗੁਰਹੇ ਬਤਾਇਓ, ਤੇ ਗੁਰੂ ਨੇ ਫਿਰ ਤੈਨੂੰ ਨਾ ਇੱਕ ਬਹੁਤ ਸੋਹਣੀ ਰਾਏ ਦੇਣੀ ਆ, ਇੱਕ ਸਲਾਹ ਦੇਣੀ ਆ। ਗੁਰਹੇ ਬਤਾਇਓ। ਫਿਰ ਪਾਤਸ਼ਾਹ ਜੀ ਕਹਿੰਦੇ ਰੰਗ ਰੰਗੀ ਮੇਰੇ ਤਨ ਕੀ ਚੋਲੀ। ਮੇਰੇ ਤਨ ਦਾ ਚੋਲਾ, ਇਹ ਕੱਪੜਾ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਗਿਆ।
कदों जदों मेरे जीवन च सहज आ गया, टका आ गया, डर मुक गया, बह मुक गया, भटकना मुक गई, दूर नेड़े जाणों हट गया, एक नूं अपनी जिंदगी दा आसरा बना लिया। ये बख्शिश तां होई है। फिर अगे गुरु साहब जिक्र करते ने, कहते प्रेम मुख लागो जो बड़ भागो, सुहाग हमारे कतहु ना डोली। हुण सतगुरु पातशाह जी कहते तदों मैनू ना प्रभु परमात्मा दा दर्शन हो गया। ते दुनिया दे विच आपां नूं पता भी जिन्ने भी पति पत्नी दे रिश्ते बनते ने, एक दिन ऐसा आउंदा गा भी एक दूजे नालों मनुख नूं विछड़ना पै जांदा। ये सबती हुंदी आ, पति नालों पत्नी ते पत्नी नालों पति विछड़ गया। इको एक आ रिश्ता गा जिहड़ा प्रभु परमात्मा दा ते रब दे प्यारे दा रिश्ता गा, ये भी पति पत्नी दा रिश्ता गा। सतगुरु पातशाह जी कहते ये जिहड़ा सुहाग आ ना ते ये नहीं टुटदा गा। दुनिया दे जिन्ने भी सुहाग ने, जिन्ने भी पति पत्नी दे रिश्ते ने, वो टुट जाते, विछड़ जाते आ, खत्म हो जाते ने। पर ये प्रभु परमात्मा नाल जिहड़ी मित्रता बन जावे ना, ये रिश्तेदारी बन जावे, पातशाह जी कहते ये नहीं खत्म हुंदी भाई। चलो जी नहीं खत्म हुंदी, फिर इहदे विच साडा की रोल आगा, मतलब असीं की कर सकते हैं। फिर पातशाह जी कहते तुसीं उस प्रभु परमात्मा नूं अपनी जिंदगी दा ऐसा एक मित्र बनाओ, ऐसा एक पति बनाओ, जिहड़ा पति जिहड़ा मित्र तुहाडा खत्म ना होवे। दुनिया विच मित्र भी बहुत आ, ओहदी भी खत्म हो जाते हैं, ते दुनिया विच पति पत्नी दे रिश्ते बहुत आ, वो भी खत्म हो जाते हैं। पर जिहड़ा ये रिश्ता ये कदे टुटदा नहीं है। ताइयों जदों आपां इतिहास पढ़दे आ ना, जदों भी इतिहास दे विच की हैगा, इतिहास वो हुंदा गा जो सानू साडे पिछोकड़ नाल, साडे मूल नाल सानू जोड़ देवे। इतिहास नूं आपां एक विचोला भी कह सकदे आ। इतिहास नूं असीं प्रभु परमात्मा मालक जी दे नाल जोड़न वाला वकील भी कह सकते हैं। फिर जदों आपां अपने इतिहास रूपी विचोले दे नाल संपर्क करते हैं ना, गलबात करते हैं, तां सच ये आ भी जे असीं गुरबाणी दी कसवट्टी ते इतिहास नूं फरोलदे आ ते इतिहास सानू ना साडे मूल नाल जोड़ दिंदा गा। पर अज साडी एक दुनिया की सब तो वड्डी कमजोरी आ भी ना तो सानू इतिहास सुनना पसंद आ ते ना ही सानू गुरबाणी सुननी जां पढ़नी पसंद आ। गुरबाणी अते इतिहास ये साडी जिंदगी दा मूल मतलब परमेश्वर परमात्मा नाल जोड़न दा सब तो श्रेष्ठ तरीका गा, वधिया तरीका गा। ते इस इतिहास नाल ते गुरबाणी नाल मिल के असीं अपने परमात्मा दी याद विच जुड़ सकते हैं। उदाहरण वजों जिवें कि कोई भी अपनी पुरानी तस्वीर होवे, वो सानू साडे बचपन विच लै जांदी है एक बार। हुण दी तस्वीर वेखीए ते बचपन दी तस्वीर वेखीए, बचपन दी तस्वीर वेखण सार सानू भाव बचपन दियां वो गल्लां चेते आ जाणगियां जिहड़ियां नूं असीं भुल्ले बैठे सी। बीत चुक्या कल, ਉਹਦੇ ਵਿੱਚ जो होया वो साडा इतिहास आ, जो होया जो सच के आधार ते आ, ते उसे ने ही सानू प्रभु परमात्मा नाल जोड़ना गा। ताइयों गुरु साहब ने कहा भी जदों असीं इतिहास पढ़दे आ, सुनदे आ, इतिहास विचों एक नहीं अनेकां गुरसिखां दा जीवन मिल जांदा। किहो जांदा जिहड़े गुरु ग्रंथ साहिब महाराज जां गुरु नानक बाबा जी दे चरनां विच खड़ के ना बड़े सुचज्जे ढंग नाल एक बेनती करदे आ भी हे वाहिगुरू जी तुसीं मैनूं कदे भी ना विसारिओ, मोहे ना विसारिओ, मैं जन तेरा।
मैनू ना विसारी, मैं तेरा जाना मैं तेरा प्यारांगा। भाव वो गुरसिखां दा जीवन सानू बहुत मिल जाता। फिर जिन्हां ने घालना घालियां ने, चाहे वो गुरु नानक साहब दे वक्त दौरान ने, चाहे वो गुरु अंगद साहब महाराज जी दे वक्त वेले ने, जिन्हां ने अटुट गुरु ते विश्वास रखिया। इसे करके सच्चे पातशाह ने कहा भी सानू अपने मूल नाल जुड़न दे लई इतिहास गुरबाणी दी लोड़ आ, पढ़ना ते सुनना। ते पातशाह जी कहते फिर तो अपने मूल नाल जुड़ सकदा। चेता रखियो, जिवें सियाणा परिवार अपने रिश्ता बनाउण वाले किसी भैन किसी वीर दा सारी उम्र धन्नवाद करदा ना, सियाणा परिवार मतलब जिन्हों आपां कह दईए विचोले का धन्नवाद करदा ना, ते इवें जिवें साडे ते भी गुरु दा एक परमेश्वर परमात्मा नाल जोड़न दा बहुत सोहना वकील वाला रूप आ, एक विचोले वाला रूप हैगा। जैसा सतगुरु सुनींदा तैसो ही मैं डीठ, विछड़िया मेले प्रभु हर दरगह का बसीठ। बसीठ तो भाव वकील विचोला। दरगाह दा एक वसीठ है गुरु, ते गुरु नू सुनना, गुरु नू पढ़ना, गुरु नाल गल्लां करनियां, ये साडी आदत होवे, शौक होवे, मजबूरी ना होवे। ये मजबूरी नहीं, शौक होवे। जिवें अलग अलग कम्मां दा अलग अलग बंदे नू जिंदगी जिउण दा शौक आ ना, किसे नू किसे रूप च ते किसे नू किसे रूप च। इवें जिवें सच्चे पातशाह जी कहते ये भी अपनी गल दिल दे विच ऐड कर ला भी गुरबाणी पढ़नी जां सुननी, इतिहास पढ़ना जां सुनना, ये भी साडा भाई शौक बन जे, मजबूरी ना बने। हुण आपां वेखदे ना भी घरां दे विच निक्के निक्के बच्चे काम करदे आ स्कूल दा, पर उन्हां विचारिਆਂ दी मजबूरी आ, बिरले बच्चों नूं छड्ड के शौक तां किसे किसे नूं आ, नहीं मजबूरी है उन्हां दी काम करना। असीं भी गुरु नानक साहब दे स्कूल दे विद्यार्थी हाँ, जो सानू गुरु साहब जी होमवर्क दिंदे ने ते ओ करन दे लई साडे अंदर मजबूर पक्ष ना होवे, साडे अंदर शौक ते प्यार होवे। प्यार विच शौक विच भावें थोड़ा कर ला वो भी कबूल है, ते चलाकियां दे विच भावें बहुता ज़्यादा कर लई, पर टीचर दी रूह खुश नहीं होवेगी। ते असीं चलाकियां तो मुक्त होके प्यार दी अवस्था विच आके अपने इतिहास गुरबाणी नाल जुड़ के अपने मूल गुरु परमात्मा दे नाल जुड़ना है। बस साडी जिंदगी दा मकसद आ। फिर असीं मन सकदे भी साडा शरीर रूपी चोला जिहड़ा है ये प्रभु परमात्मा दे प्रेम विच रंगिया गया। परमात्मा दे प्रेम विच रंगण दी निशानी की है? फिर उहदी निशानी तां वेखणी पऊ ना, जदों सानू कुदरत नाल प्यार बन गया, कुदरत विच रहन वाले जीवां नाल प्यार बन गया, जदों साडे जीवन विच दया आ गई, जदों साडे जीवन विच सच आ वड़िया। ये तां हुण आपां वेख सकदे, दूजिਆਂ नूं पुछण दी लोड़ नहीं भी मैं किन्ना क सच्चांगा, ये दूजा थोड़ी पुछणागा। ये तां खुद नूं ही पता होना चाहिदा भी सच्चाई मेरे जीवन च है जां नहीं है, मेरी जिंदगी च कोई गुण है या नहीं है, ये खुद आपां नूं ही पता होवे। फिर पातशाह जी कहंदे इस तरह प्रभु परमात्मा दे रंग विच तेरा जीवन आ जिहड़ा वो रंगिया जावेगा भाई। जे आपां अपने आप नूं गुणां दे आधार ते प्रभु परमात्मा दियां बख्शिशां कुदरत नूं प्यार करन दे संबंधी चैक करके वेखांगे, जे सही निकले तां साडा प्रभु परमात्मा दे नाल प्यार विच जीवन रंगिया गया। जे सही ना निकले तो फिर असीं प्रभु परमात्मा दे नाल एक मिक नहीं हो सके, फिर नहीं हो सके। फिर तां साडा जीवन कैसा है? फिर तां असीं ओ मालक परमेश्वर वल्लों शाबाशी लैण दी बजाए बद दुआ लै सकदे हां, होर नहीं कुछ भी कर सकदे। इस करके पातशाह जी कहते आपां भाई इस गल नूं समझ गए। जो आपां पढ़िया सी दोबारा फिर उहनूं मैं रिपीट कर देवां। पातशाह जी कहते सहज समायो गुरहे बतायो,
ਸਹਿਜ ਦੀ ਅਵਸਥਾ ਵਿੱਚ ਆ, ਗੁਰੂ ਨੇ ਤੈਨੂੰ ਬਤਾ ਦੇਣਾਗਾ, ਸਮਝਾ ਦੇਣਾਗਾ। ਗੁਰਹੇ ਬਤਾਇਓ, ਅੱਗੇ ਕੀ ਕਹਾਗਾ, ਰੰਗ ਰੰਗੀ ਮੇਰੇ ਤਨ ਕੀ ਚੋਲੀ। ਪ੍ਰਭੂ ਪਰਮਾਤਮਾ ਦੇ ਰੰਗ ਵਿੱਚ ਫਿਰ ਮੇਰੇ ਤਨ ਦਾ ਜਿਹੜਾ ਚੋਲਾ ਹੈ ਭਾਈ, ਇਹ ਰੰਗਿਆ ਜਾਂਦਾ ਹੈ। ਇਹਨੂੰ ਰੰਗਣ ਦਾ ਤਰੀਕਾ ਗੁਣਾਂ ਨੂੰ ਜ਼ਿੰਦਗੀ 'ਚ ਵੱਧ ਤੋਂ ਵੱਧ ਲੈ ਕੇ ਆਉਣਾ। ਉਹ ਗੁਣ ਤੁਹਾਡੇ ਵਿੱਚ ਕਿਸੇ ਵੀ ਕਿਸਮ ਦਾ ਹੋ ਸਕਦਾ। ਹੱਥੀਂ ਸੇਵਾ ਕਰਨ ਦਾ, ਬਾਣੀ ਪੜ੍ਹ ਸੁਣ ਕੇ ਜੀਵਨ 'ਚ ਕਮਾਉਣ ਦਾ, ਬਾਣੀ ਪੜ੍ਹ ਸੁਣ ਕੇ ਜੀਵਨ 'ਚ ਕਮਾ ਕੇ ਹੋਰਾਂ 'ਚ ਵੰਡਣ ਦਾ, ਜਾਂ ਆਪਣੇ ਹੱਥੀਂ ਕੋਈ ਕਿਸੇ ਦੀ ਲੋੜ ਪੂਰੀ ਕਰਨੀ, ਫਿਰ ਉਹਨੂੰ ਕਿਸੇ ਕਿੱਤੇ ਨਾਲ ਜੋੜ ਦੇਣਾ। ਇਹ ਸਾਡੀ ਜ਼ਿੰਦਗੀ 'ਚ ਗੁਣ ਹੋਣੇ ਚਾਹੀਦੇ। ਤੇ ਗੁਣ ਬਾਬੇ ਨਾਨਕ 'ਚ ਸੀ ਨਾ। ਇੱਕ ਛੋਟਾ ਜਿਹਾ ਇੱਥੇ ਸਵਾਲ ਆ ਵੀ ਸੋਚਣ ਵਾਲੀ ਗੱਲ ਆ ਵੀ ਆਪਾਂ ਬਾਬੇ ਨਾਨਕ ਦੇ ਨਾ ਕੁਛ ਟੀਚਰਾਂ ਦਾ ਨਾਮ ਇਤਿਹਾਸ ਵਿੱਚੋਂ ਪੜ੍ਹਦੇ ਆ ਵੀ ਪਾਂਧੇ ਕੋਲ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੜ੍ਹਨ ਤੋਰਿਆ। ਗੁਰੂ ਸਾਹਿਬ ਗਏ ਵੀ, ਗੁਰੂ ਦਾ ਟੀਚਰ ਦਿਨਿਆ ਵੀ ਟੀਚਰ ਜਿਹਦੇ ਕੋਲੇ ਗਏ ਤੇ ਉਹ ਸਾਰੀ ਦੁਨੀਆ ਦੇ ਵਿੱਚ ਰਹਿੰਦੀ ਦੁਨੀਆ ਤੱਕ ਰਹੇਗਾ। ਪੰਡਤ ਗੋਪਾਲ ਦਾਸ ਵਰਗੇ ਰਹਿਣਗੇ ਨਾ, ਬ੍ਰਿਜ ਲਾਲ ਵਰਗੇ ਰਹਿਣਗੇ, ਪਰ ਚੇਤਾ ਰੱਖਿਓ ਜਿਹੜੇ ਗੁਣ ਟੀਚਰ ਤੋਂ ਸੇਧ ਲੈ ਕੇ ਬਾਬੇ ਨਾਨਕ ਨੇ ਆਪਣੀ ਜ਼ਿੰਦਗੀ 'ਚ ਅਪਣਾ ਲਏ, ਸ਼ਾਇਦ ਜਿਨ੍ਹਾਂ ਕੋਲੇ ਗਿਆ ਉਹਨਾਂ ਵਿੱਚੋਂ ਗੁਣ ਨਹੀਂ ਸਨ। ਗੁਣ ਸੀ ਪਰ ਉਹਨਾਂ ਨੇ ਉਹਨਾਂ ਗੁਣਾਂ ਨੂੰ ਵਰਤਿਆ ਨਹੀਂ ਨਾ। ਭਾਵੇਂ ਗੁਰੂ ਸਾਹਿਬ ਜੀ ਆਪਣੀ ਜ਼ਿੰਦਗੀ 'ਚ ਕਿਸੇ ਨੂੰ ਵੀ ਮਿਲੇ, ਬਸ ਗੱਲ ਖਤਮ। ਚਾਹੇ ਉਹ ਟੀਚਰ ਨੇ, ਚਾਹੇ ਉਹ ਸਿੱਧ ਨੇ, ਚਾਹੇ ਉਹ ਜੋਗੀ ਨੇ, ਚਾਹੇ ਕੋਈ ਨਹੀਂ, ਪਰ ਜੋ ਉਹਨਾਂ ਕੋਲੇ ਗੁਣ ਸੀ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਗੁਣਾਂ ਨੂੰ ਵਰਤਿਆ ਨਹੀਂ ਹੈ। ਤੇ ਜੇ ਵਰਤਿਆ ਤਾਂ ਬਾਬੇ ਨਾਨਕ ਨੇ ਵਰਤਿਆ, ਤੇ ਬਾਬੇ ਨਾਨਕ ਨੂੰ ਹੀ ਭਾਵ ਸਤਿਕਾਰ ਮਿਲਿਆਗਾ। ਇੱਥੇ ਉਹਨਾਂ ਟੀਚਰਾਂ ਦਾ ਜ਼ਿਕਰ ਨਹੀਂ ਆਉਂਦਾ ਵੀ ਉਹਨਾਂ ਨੇ ਆਹ ਦੁਨੀਆ ਦੇ ਵਿੱਚ ਭਲੇ ਦਾ ਕੰਮ ਕੀਤਾ। ਹਾਂ, ਗੁਰੂ ਨਾਨਕ ਸਾਹਿਬ ਨੂੰ ਪੜ੍ਹਾਉਣ ਦਾ ਕੰਮ ਕੀਤਾ। ਉੱਥੇ ਇਤਿਹਾਸ ਨੇ ਸੰਭਾਲ ਲਿਆ ਵੀ ਬਹੁਤ ਚੰਗੇ ਨੇ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਪੜ੍ਹਾਇਆ, ਦੁਨਿਆਵੀ ਅੱਖਰ ਥੋੜੇ ਬਹੁਤੇ ਸਿਖਾਏ। ਹੁਣ ਇੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਦੇ ਵਿੱਚ ਭਾਈ ਆਮ ਮਨੁੱਖਾਂ ਨੂੰ ਇੰਨੀ ਫਰਕ ਸੀ, ਉਹ ਜਿਹੜਾ ਗੁਣ ਸੀ ਉਹ ਗੁਣ ਨੂੰ ਆਪਣੀ ਜ਼ਿੰਦਗੀ 'ਚ ਵਰਤਦੇ ਸਨ ਵੀ ਆਹ ਮੇਰੇ 'ਚ ਗੁਣ ਆ ਤੇ ਇਹਨੂੰ ਮੈਂ ਦੁਨੀਆ ਦੇ ਵਿੱਚ ਹੰਢਾ ਕੇ ਵੇਖਾਂ, ਵਰਤ ਕੇ ਵੇਖਾਂ, ਤੇ ਕਾਮਯਾਬ ਹੋ ਜਾਂਦੇ ਸੀ। ਆਪਣੇ ਵਿੱਚ ਗੁਣ ਤਾਂ ਹਨ ਪਰ ਅਸੀਂ ਵਰਤਦੇ ਨਹੀਂ ਹਾਂ। ਕਲਾ ਤਾਂ ਹੈ ਨਾ ਪਰ ਵਰਤਦੇ ਨਹੀਂ ਹਾਂ। ਉਦਾਹਰਨ ਵਜੋਂ ਮੰਨ ਲਓ ਵੀ ਕਿਸੇ ਭੈਣ ਕੋਲੇ ਰੋਟੀ ਬਣਾਉਣ ਦਾ ਹੁਨਰ ਤਾਂ ਹੈਗਾ ਪਰ ਉਹ ਬਣਾ ਨਹੀਂ ਰਹੀ, ਕਹਿੰਦੀ ਨਹੀਂ ਮੈਂ ਤਾਂ ਨੌਕਰੀ ਰੱਖਣਾਗਾ। ਉਹਦੀ ਭਾਵਨਾ, ਪਰਿਵਾਰ ਵੀ ਕਹਿੰਦਾ ਨਹੀਂ ਅਸੀਂ ਤਾਂ ਨੌਕਰੀ ਰੱਖਣਾਗਾ, ਸਾਡੇ ਤਾਂ ਘਰ ਦੇ ਵਿੱਚ ਨੌਕਰ ਹੀ ਕੰਮ ਕਰੂਗਾ। ਉਸ ਤੋਂ ਵਾਹਿਗੁਰੂ ਭਲਾ ਕਰੇ। ਕਿਸੇ ਵੀਰ ਦੇ ਵਿੱਚ ਕੁਝ ਕੰਮ ਕਰਨ ਦੀ ਭਾਵਨਾ ਦਾ ਗੁਣ ਹੈ, ਖੇਤੀ ਕਰਨ ਦਾ ਗੁਣ ਆਗਾ, ਦੁਕਾਨਦਾਰੀ ਕਰਨ ਦਾ ਗੁਣ ਆਗਾ, ਕੋਈ ਵੀ ਕੰਮ ਦਾ ਗੁਣ ਲਾ ਲਓ, ਪਰ ਉਹ ਕੀ ਕਹਿੰਦਾ, ਨਹੀਂ ਮੈਂ ਕਰਨਾ ਨਹੀਂ, ਮੈਂ ਕਰਵਾਉਣਾ। ਕਰਨਾ ਥੋੜੀ ਹੈ ਮੈਂ ਕਰਵਾਉਂਗਾ। ਉਹ ਕਰਵਾਉਣ ਦੇ ਵਿੱਚ ਆਪਣੇ ਆਪ ਨੂੰ ਵੱਡਾ ਮੰਨਦਾ ਗਾ। ਪਰ ਗੁਰੂ ਨਾਨਕ ਸਾਹਿਬ ਦਾ ਸੁਭਾਅ ਕੀ ਸੀ? ਉਹ ਕਹਿੰਦੇ ਜਿਹੜਾ ਸਾਡੇ 'ਚ ਗੁਣ ਹੈ ਉਹਨੂੰ ਅਸੀਂ ਵਰਤ ਕੇ ਵੇਖਣਾ, ਕਰਕੇ ਵੇਖਣਾ, ਅਜਮਾ ਕੇ ਵੇਖਣਾ ਗਾ। ਅਜਮਾ ਕੇ ਵੇਖਣਾ ਨਾ, ਤੇ ਗੁਰੂ ਸਾਹਿਬ ਨੇ ਉਹ ਗੁਣ ਆਪਣੀ ਜ਼ਿੰਦਗੀ 'ਚ ਵਰਤੇ ਵੀ। ਜੇ ਗੁਰੂ ਕੋਲੇ ਗੁਣ ਹੈਗਾ ਨਾ ਵੀ ਤੂੰ ਜੋ ਸਾਧ ਨੇ, ਜੋ ਜੋਗੀ ਨੇ, ਜੋ ਸਿੱਧ ਨੇ, ਉਹਨਾਂ ਦੇ ਨਾਲ ਬਹਿਸ ਕਰ ਸਕਦਾ, ਉਹਨਾਂ ਕੋਲ ਗੁਣ ਸੀ ਤਾਂ ਉਹਨਾਂ ਨੇ ਜਾ ਕੇ ਪਹਾੜਾਂ ਦੀਆਂ ਚੋਟੀਆਂ ਤੇ ਬਹਿਸ ਕੀਤੀ, ਚਰਚਾ ਕੀਤੀ। ਸਿੱਧ ਗੋਸ਼ਟ ਬਾਣੀ ਦੱਸਦੀ ਆ। ਜੇ ਗੁਰੂ ਨਾਨਕ ਸਾਹਿਬ ਕੋਲੇ ਇਦਾਂ ਦਾ ਪੱਖ ਸੀ ਵੀ ਉਹ ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਸਕਦੇ ਹਨ ਤਾਂ ਉਹਨਾਂ ਨੇ ਇਹ ਕੁਛ ਕੀਤਾ।
उन्होंने मतलब अपनी जिंदगी च किसी की लोड़ पूरी की है। जे उन्होंने कोले गुण सी भी किसी का हक नहीं खाना तो उन्होंने प्रचारिया नहीं भी नहीं खाना, उन्होंने खुद ये गल नूं अपनी जिंदगी च लागू करके विखाया, लागू करके विखाएगा। बस कहण तो भाव जेड़ा गुण आ पातशाह जी कहते जी गुण नूं असीं वरतना शुरू कर दिता ते ओ गुण नूं वरतना ही परमेश्वर परमात्मा दे नाम विच अपने आप नूं रंगना है, प्रभु मालक दे नाम विच। होर इदां कोई नहीं है भी भाव वो परमात्मा दे नाम विच किवें रंगिया जावेगा जी, रंग लाल हो जाऊगा जी, रंग चिट्टा हो जाऊगा जी, रंग काला हो जाऊगा। इत्थे वो भावना नहीं है। इत्थे भावना गुरु साहब ने जो सानू समझाई है, ये समझाई है भी गुणा नूं वरत तां तू प्रभु परमात्मा दे रंग विच रंगिया जा सकदा है। फिर पातशाह जी कहते ने प्रमुख लागो जो बड़ भागो सुहाग हमारो कतहो ना डोली। हर एक भैन दा सुहाग डोलदा, पर ਆਪਾਂ ਪਹਿਲਾਂ भी गल की है भी ਜਿਹੜਾ सुहाग प्रभु परमात्मा साडा सारिਆਂ ਦਾ पति है ना, वो डोलदा नहीं है। वो तो सगों उल्टा डोलण वालिਆਂ ਨੂੰ डोलण तो बचा लैंदा, उल्टा वो तो काम करदा नहीं। हर एक ਆਪਾਂ सुहाग ਨੂੰ चैक करके वेख सकते हैं, डोल रहे ने। डोलण तो भाव डरना, डर रहे ने। सुन ਆਪਾਂ ਧਿਆਨ ਵਿੱਚ ਇਸ ਗੱਲ ਨੂੰ ਲੈ ਕੇ ਆਉਣਾ ਗਾ ਵੀ ਹਰ ਇੱਕ ਸੁਹਾਗ ਡੋਲਦਾ, ਹਰ ਇੱਕ ਸੁਹਾਗ ਡਰਦਾ ਗਾ। ਇੱਕ ਪ੍ਰਭੂ ਪਰਮਾਤਮਾ ਪਰਮੇਸ਼ਰ ਦਾ ਨਾਮ ਰੂਪੀ ਸੁਹਾਗ ਆ ਜਿਹੜਾ ਨਾ ਡਰਦਾ ਹੈ ਤੇ ਨਾ ਹੀ ਡੋਲਦਾ ਹੈ, ਸਗੋਂ ਉਹ ਤਾਂ ਉਲਟਾ ਡੋਲਣ ਤੋਂ ਬਚਾ ਲੈਂਦਾ ਗਾ। ਤੇ ਉਹਦੇ ਬਾਰੇ ਆਪਾਂ ਤੁਸੀਂ ਸਾਰੇ ਜਾਣਦੇ ਹੋ, ਕਿਵੇਂ ਆਪਾਂ ਰੋਜ਼ ਪੜ੍ਹਦੇ ਹਾਂ, ਸੁਖਮਨੀ ਸਾਹਿਬ ਦੇ ਵਿੱਚ ਹੀ ਪੜ੍ਹਦੇ ਹਾਂ ਨਾ, ਵੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਮੇਰੇ ਸਾਰੇ ਬੰਧਨ ਹੀ ਕੱਟੇ ਜਾ ਸਕਦੇ ਨੇ ਜੇ ਪ੍ਰਭੂ ਪਰਮਾਤਮਾ ਦੀ ਸੇਵਾ ਵਿੱਚ ਜੁੜ ਜਾਵਾਂ। ਜੇ ਮੈਂ ਵਾਹਿਗੁਰੂ ਅੱਗੇ ਨਾ ਅਰਦਾਸ ਕਰਾਂ, ਬੰਦਨਾ ਕਰਾਂ, ਜੋਦੜੀ ਕਰਾਂ ਤੇ ਉਹ ਬਖਸ਼ਿਸ਼ ਕਰ ਦੇਵੇਗਾ। ਡੋਲਣ ਤੇ ਰੱਖੋ ਪ੍ਰਭੂ, ਉਹ ਪ੍ਰਭੂ ਪਰਮਾਤਮਾ ਡੋਲਣ ਤੋਂ ਬਚਾ ਲਵੇਗਾ। इत्थे पातशाह जी कहते तेरी डोलण की जिहड़ी भावना ना, वो दुनिया नाल जुड़ के तां डोल सकदा गा, पर प्रभु परमात्मा नाल जुड़ के तू कदे डोलेगा नहीं। बस फिर आपां नूं बहुता लंबा जाण दी लोड़ नहीं। फिर आपां गुरु नानक साहब दे जीवन चों सेध लै रहे सी। गुरु साहब किसे तो भी नहीं डरे, किसे तो भी नहीं डरे, ना डरना ना डोलना। इतिहास नूं ए तो Z तक पढ़ के वेखो, गुरु साहब दशमेश पिता तक, बंदा सिंह बहादुर तक, जां गुरु दा खालसा जो सही रहनी वहनी दे विच है, अज तक भी नहीं डोलियागा, अज तक। ये बख्शिश पातशाह जी कहते गुरु कोलों मिलनी है, तेनू होर कितों नहीं मिलनी गी। उन्हें तेनू डोलण तो बचा लेना गा। वो तेरा सुहाग ऐसा गा जिहड़ा आप डोलदा नहीं है, आप डरदा नहीं है, ते दूजिआं नूं भी यही दात दिंदा, वो ना डरन वाली भावना बना दिंदा है। फिर डरना काते आ? अच्छा, हुण इत्थे एक सवाल बन गया भी वो डरदा क्यों नहीं? डरदा उही हुंदा गा जिहदी जिंदगी दे विच कोई माड़ा कर्म कीता विया। माड़ा कर्म वो आ जिहड़ा वो लोकां नूं दस नहीं सकदा ते अपने अंदर ही अंदर लई बैठा गा भी हाँ मैं माड़ा काम कीता गा, उही डरूगा। जिन्हों आपां कह दिंदे आ भी जिहड़ा काणा उही डरूगा। जिहड़ा कोई जिंदगी च माड़ा काम ही नहीं करदा वो डरू क्यों? बाबे नानक ने माड़ा काम कीता ही नहीं, गुरु अंगद साहब ने, अमरदास ने, रामदास ने, गुरु अर्जन देव जी ने, किसी भी पातशाही ने कोई गलत काम नहीं किया। डरना फिर काहते है भाई? इसे करके डरन नूं डोलण दी अवस्था दे विच गुरु साहब लिजांदे ने। साडे अंदर भी जे थोड़ा बहुता कालापन है तो वो कालेपन करन करके ही डर होवेगा ते नहीं डर नहीं होवेगा। गुरु दा खालसा ना किसी नूं भै दिंदा ते ना लैंदा। इहदे बारे तुहानूं सारिआं नूं पता। लास्ट विच फिर पातशाह जी कहंदे रूप ना धूप, जिहड़ी आरंभता हुई सी ना वो इस तुक तो हुई सी हर हर नाम अपार अमोली। प्रभु परमात्मा दा जिहड़ा नाम आ वो बहुत ज़्यादा अमोलक आ, वो किसी भी दुनिया दे पदार्थ बदले खरीदिया नहीं जा सकदा। इहदे बारे तां चलो आपां नूं पता है ना।
साईं नाम अमोल कीम ना कोई जान दो। पुट्ठा हथ मारता भी कोई भी कीमत नहीं पा सकता मालक परमेश्वर परमात्मा दे नाम दी। वो पहली जिहड़ी तुक दित्ती आ गुरु साहब ने उहदा जवाब लास्ट विच फिर दिता गा। एक तां हुंदा परमात्मा दे नाम नूं पैसिਆਂ बदले खरीदना, पैसिਆਂ बदले। चलो वो खरियां खरियां गल्लां हुंदियां ने, कई बार सानू मन ते भी लग जांदियां ने ते आपां उन्हां नूं मन तो ला के गुरु साहब नूं पुੱਛ लगे। चलो रल के आपां सारी मैं भी तुहाडे वर्गां गा भी वो किवें जिहा पातशाह। फिर पातशाह ने दस्सिआगा वो इदां दी भावना हुंदी आ। इतिहास विचों पहला हवाला लै लो, फिर सानू दुख घट लगूगा, नहीं फिर आपां नूं दुख ज़्यादा लगदा। इतिहास विच की दर्शाया गया भी एक दिन ना एक नहीं घटना, ये अनेक ही घटनावां ने। एक दिन अपना बहादुर शाह ने गुरु धन गुरु दशमेश पिता जी नूं अपने वालों एक नजराना भेंट किया। वो की सीगा? वो सीगा एक बहुत ज्यादा बेशुमार कीमती हीरा। चलो वो नजराना भेंट करन तो भाव की हुंदा? बस आपां भाव ते पहुंचना हुंदा गा। नजराना भेंट करन तो भाव की हुंदा गा? पहली गल तां जिहड़े नजराने भेंट करीदे आ वो गरीबां नूं नहीं करीदे, वो अमीरां नूं करीदे आ। पहली गल तां इह आ। हुण उत्थे भावना जिहड़ा कुछ गिफ्ट दे रहा, नजराना दे रहा, उहदी भावना की हुंदी आ भी मेरी इहदे नाल दोस्ती बन जावे। उहदी भावना हुंदी आ। उहदी भावना इह होगी ना, उस ते मनुख नूं इह पक्ष हुंदा गा भी जां तां इह अमीर आ, मैनूं कदे काम आ सकदा गा, ये बहुत ज्यादा कलावान आ, मैनूं कदे काम आ सकदा गा, इहदे कोले किसी भी तरह का गुण आ, वो गुणा करके मैं आ दे के ना छोटा जिहा गिफ्ट ते इहनूं मैं अपने वल खिच लवां। देसी भाषा इउं कह लो भी किसी नूं नजराना भेंट करना मुੱਲ खरीदना ही हुंदा। मैं उन्होंने मुੱਲ खरीद लिया, फिर बंदा ना की कहता गा भी तेरा मैं गिफ्ट सांभ के रखूंगा, चंगा फिर मैनू तेरी याद रहूगी। चलो एक वधिया पक्ष आगा, अपनी दोस्ती वधा के रखनी, प्यार बना के रखना, एक अलग मैटर हैगा, अलग विषा। पर उत्थे पक्ष असलीयत ये बन गया। हुण बहादुर शाह ने नजराना भेंट करना ते मतलब की आ भी धन श्री गुरु गोबिंद सिंह महाराज ना मेरे हीरे दे बदले विक जाणगे ते जो इन्हां ने मेरे नाल वचन कीते ने, गुरु साहब ने 5 वचन कीते सन ते ये 5 वचनां नूं भुल जाणगे। जिवें मान लो हुण दा समा ला लो, हुण उही सेम गल बन चुकी आ भी जिहड़े काले कानून ने, आपां कोई गिफ्ट दे दो, नौकरियां दे गिफ्ट दे दो, किसी तरह दे कोई होर बैंक बैलेंस दे दो, किसी भी तरह का कोई नजराना दे दो, कोई भी दे दो, कोई एक तोहफा दे दो, ये काले कानूनां नूं लोक भुल जाण। बहादुर शाह की भावना की है भी जो गुरु साहब ने मेरे नाल वचन कीते ने उन्हां वचनां नूं भुल जावे, बस छड्ड ही देवे भी छड्ड खड़, आपां उन्हां तों की लैणा। हुण होया कि वो आप नूं सारिआं नूं पता गा, साखी तुसीं बड़े वारी सुणी, आपां विचों एक निचोड़ ही कढिआ गा बस। होया की आ, वो गुरु साहब ने फड़ के हीरा कोल वगदी आ गोदावरी ते गोदावरी विच वगा के मारिया। चलो इथों तक गल हो गई। इदों गाहां भी तुहानूं पता, नदी बारे भी तुसीं जाणदे हो, सब कुछ इधर उधर खब्बे सज्जे जाणदे हो, साखी भी तुसीं जाणदे हो। पर होया की है, इथों सिद्ध हो गया जिने हीरा फड़ के वगा के मारिया, जिने मारिया ना वो कौन सीगा? उसी 10वें पातशाह। ਇਹਦਾ मतलब ये हो गया 10वें पातशाह हीरे बदले विके नहीं, वो विके नहीं भाई ना। ते अज असी विक सकते हैं जां नहीं विक सकते, ये अंदाजा असी खुद लाउणा गा, खुद अंदाजा लाउणा गा भी असी विकदे हाँ जां नहीं विकदे। गुरु 10वें पातशाह तां विकिया नहीं ते अंदाजा असी लाउणा बस। इत्थे गुरु साहब ने गल कही है, प्रभु परमात्मा दा नाम किसी कीमत ते खरीदिया नहीं जा सकता। उदों अगे आ जाओ ते जिहड़ा प्रभु परमात्मा दी बाणी नाल जुड़ गया, नाम नाल जुड़ गया, प्रभु परमात्मा दा नाम तां की खरीदिया जाना, प्रभु परमात्मा दी नाम बाणी नाल जुड़िया होया बंदा भी नहीं खरीदिया जाता। 10वें पातशाह खरीदे नहीं गए। अच्छा इदां दी कोई घटना एक
सिद्धा ने वरताई सी। हुण जिहड़ा बंदा गृहस्थी आ ना, अपने घर-वार विच रहिंदा, बच्चिआं विच रहिंदा, कुदरती आ हर एक दी भावना हुंदी आ भी वो डोल जांदा। ਉਹਦੀ भावना हुंदी आ भी चलो आपां नूं जो ਚਾਹੀਦਾ ਉਹ ਮਿਲ ਗਿਆ, ਬਸ ਇਦੂ ਗਾ ਆਪਾਂ ਚੁੱਪ ਕਰ ਜੋ, ਰਹਿਣ ਦੋ। ਹੁਣ ਬਾਬੇ ਨਾਨਕ ਨੂੰ ਸਭ ਤੋਂ ਪਹਿਲਾਂ ਸਿੱਧਾ ਨੇ ਪੁੱਛਿਆ ਵੀ ਤੇਰਾ ਵਿਆਹ ਹੋਇਆਗਾ? ਉਹ ਕਹਿੰਦਾ ਹਾਂ ਹੋਇਆ ਵਿਆਹ। ਬੱਚੇ ਹੈਗੇ ਆ? ਕਹਿੰਦਾ ਹਾਂ ਹੈਗੇ, 2 ਬੱਚੇ ਨੇ। ਚਲੋ ਉਹਨਾਂ ਨੇ ਫਿਰ ਕੀ ਕੌਤਕ ਵਰਤਾਇਆ ਸੀਗਾ ਇੱਥੇ। ਬਹਾਦਰ ਸ਼ਾਹ ਤਾਂ ਹੀਰਾ ਦਿੰਦਾ ਇੱਕ, ਗੁਰੂ ਸਾਹਿਬ ਵਿਕੇ ਨਹੀਂ, ਗੋਦਾਵਰੀ 'ਚ ਮਾਰਿਆ ਵਗਾ ਕੇ, ਤੇ ਬਹਾਦਰ ਸ਼ਾਹ ਚੁੱਪ ਕਰਕੇ ਮੁੜ ਗਿਆ ਸੀਗਾ, ਹਨਾ। ਇਹ ਤਾਂ ਗੁਰੂ ਆ, ਗੁਰੂ ਨੇ ਕੀ ਵਿਕਣਾਗਾ? ਕਦੇ ਗੁਰੂ ਦੇ ਸਿੱਖ ਵੀ ਨਹੀਂ ਵਿਕਦੇ ਕਿ ਉਹ ਕਾਹੀ ਸਿੱਖ ਦੀਆਂ ਆਪਾਂ ਕਹਾਣੀਆਂ ਸਾਰੇ ਸੁਣਦੇ, ਇੱਕ ਨਹੀਂ ਬੜੇ ਸਿੱਖਾਂ ਦਾ ਜੀ ਬਣਾਉਂਦਾ, ਹਨਾ। ਇੱਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਸਿੱਧ ਕਹਿੰਦੇ ਨਾ, ਚੰਗਾ ਫਿਰ ਇਉਂ ਕਰ, ਤੂੰ ਨੌਜਵਾਨ ਆ, ਚੋਬਰ ਆ ਨਾ, ਤੂੰ ਭੱਜ ਕੇ, ਪਾਣੀ ਦੀ ਪਿਆਸ ਲੱਗੀ ਪਈ ਆ, ਭੱਜ ਕੇ ਆ ਕੋਲੇ ਨਾ ਸਰੋਵਰ ਆ, ਤੇ ਇੱਥੋਂ ਪਾਣੀ ਭਰ ਕੇ ਲਿਆ, ਪਾਣੀ ਭਰ ਕੇ ਲਿਆ। ਹੁਣ ਕੁਦਰਤੀ ਤੌਰ ਤੇ ਭਾਈ ਗੁਰਦਾਸ ਨੇ ਲਿਖਿਆ ਹੈਗਾ ਵੀ ਜਿਹੜਾ ਗ੍ਰਸਤੀ ਬੰਦਾ ਉਹ ਡੋਲ ਜਾਂਦਾ। ਤੇ ਹੁਣ ਜਦੋਂ ਅੱਗੇ ਜਾ ਕੇ ਵੇਖਿਆ, ਸੱਚਾਈ ਹੈ ਵੀ ਸਰੋਵਰ ਤਾਂ ਨਹੀਂ ਸੀ, ਇਹਨਾਂ ਨੇ ਆਪਣੇ ਵੱਲੋਂ ਇੱਕ ਕਹਾਣੀ ਵਰਤਾਈ ਆ। ਪਹਿਲਾਂ ਪਲੈਨਿੰਗ ਬਣਾਇਆ ਪਿਆ ਸੀ ਵੀ ਇਦਾਂ ਇਦਾਂ ਆਪਾਂ ਇਹਦੇ ਨਾਲ ਕਰਨਾ, ਜਿਹਦੇ ਨਾਲ ਬਚਨ ਬਲਾਸ ਕਰਨੇ ਨਾ, ਸਵਾਲ ਜਵਾਬ ਕਰਨੇ ਆ, ਇਦਾਂ ਇਦਾਂ ਇਹਦੇ ਨਾਲ ਕਰਨਾਗਾ। ਤੇ ਇਹਨੂੰ ਡਲਾਉਣ ਵਾਸਤੇ ਕੀ ਕਰੀਏ? ਉਹਨਾਂ ਨੇ ਪਹਿਲਾਂ ਪ੍ਰਬੰਧ ਕਰਤਾ, ਉੱਥੇ ਹੀਰੇ ਮੋਤੀ ਚੰਗੀਆਂ ਚੰਗੀਆਂ ਧਨਤਾਂ ਇਕੱਠੀਆਂ ਕਰਕੇ ਰੱਖਤੀਆਂ, ਉੱਥੇ ਇਕੱਠ ਕਰਕੇ ਰੱਖਤਾ ਉਹਨਾਂ ਦਾ ਵੀ ਜਦੋਂ ਖੱਪਰ ਲੈ ਕੇ ਤੋਰਾਂਗੇ, ਗਰੰਟੀ ਆ ਵੀ ਇਹ ਤਾਂ ਖੱਪਰ ਪਾਣੀ ਦਾ ਨਹੀਂ ਭਰ ਕੇ ਲਿਆਉਂਦਾ, ਹੀਰੇ ਮੋਤੀਆਂ ਦੀ ਭਰ ਕੇ ਲਿਆਊਗਾ। ਕਿਉਂ? ਕਿਉਂਕਿ ਉਹਦੀ ਭਾਵਨਾ ਹੋਊਗੀ ਵੀ ਜੇ ਥੋੜੇ ਬਹੁਤੇ ਆਪਾਂ ਨੂੰ ਮਿਲ ਜਾਣ, ਆਪਾਂ ਨੂੰ ਮਿਲ ਜਾਣ। ਪਰ ਗੁਰੂ ਸਾਹਿਬ ਖਾਲੀ ਵਾਪਸ ਆ ਗਏ, ਖੱਪਰ ਵੀ ਖਾਲੀ ਲਿਆਏ ਨਾਲੋਂ, ਮੈਨੂੰ ਭਾਂਡਾ ਜਾਣੀ ਕਿ ਉਹ ਭਾਂਡਾ ਵੀ ਨਾਲ ਹੀ ਲਿਆਂਦਾ। ਤੇ ਆ ਕੇ ਸਿੱਧ ਪੁੱਛਦੇ ਨੇ ਪਾਣੀ ਨਹੀਂ ਲੈ ਕੇ ਆਇਆ? ਗੁਰੂ ਸਾਹਿਬ ਕਹਿੰਦੇ ਹੈ ਹੀ ਨਹੀਂ ਸੀ ਉੱਥੇ। ਸਿੱਧ ਹੈਰਾਨ ਹੋ ਗਏ ਵੀ ਕੀ ਹੈ, ਇਹਨੂੰ ਨਾ ਹੀ ਪਤਾ ਹੋਵੇ ਵੀ ਹੀਰੇ ਮੋਤੀ ਕੋਈ ਚੀਜ਼ ਚੰਗੀ ਚੀਜ਼ ਹੁੰਦੀ ਆ, ਮਹਿੰਗੀ ਚੀਜ਼ ਹੁੰਦੀ ਆ। ਤੇ ਕਹਿੰਦੇ ਹੋਰ ਕੀ ਸੀਗਾ ਉੱਥੇ? ਤੇ ਫਿਰ ਪਾਤਸ਼ਾਹ ਜੀ ਕਹਿੰਦੇ ਹੋਰ ਜੋ ਕੁਛ ਸੀ ਉਹ ਤੁਹਾਡੇ ਕੰਮ ਨਹੀਂ, ਨਾ ਮੇਰੇ ਕੰਮ ਆ। ਜਿਹੜਾ ਕੁਛ ਉੱਥੇ ਸੀਗਾ ਨਾ ਤਾਂ ਉਹ ਤੁਹਾਡੇ ਕੰਮ ਆ, ਨਾ ਮੇਰੇ ਕੰਮ ਆ। ਜਿੰਨੇ ਸਿੱਧਾ ਨੇ ਰਲ ਕੇ ਜੋਗੀਆਂ ਨੇ ਪਲੈਨਿੰਗ ਬਣਾਇਆ ਸੀ ਵੀ ਇਹਨੂੰ ਆਪਾਂ ਹੀਰਿਆਂ ਦਾ ਖੱਪਰ ਦੇ ਕੇ ਖਰੀਦ ਲਾਂਗੇ, ਬਾਬਾ ਨਾਨਕ ਵਿਕਿਆ ਨਹੀਂ, ਖਾਲੀ ਖੱਪਰ ਮੱਥੇ ਮਾਰਿਆ। ਕਹਿੰਦਾ ਜਿਹੜੇ ਕੰਮ ਲਈ ਮੈਂ ਆਇਆ ਉਹ ਗੱਲ ਕਰੋ ਮੇਰੇ ਨਾਲ। ਕਿਹੜੀ ਗੱਲ ਕਰਨੀ ਆ? ਮੈਂ ਸਵਾਲ ਕਰਨੇ ਤੁਹਾਨੂੰ, ਉਹਨਾਂ ਦਾ ਜਵਾਬ ਦਿਓ। ਹਰ ਗਏ ਸੀ ਵਿਚਾਰੇ। ਉਹ ਸਿੱਧ ਗੋਸ਼ਟ ਬਾਣੀ ਵਿੱਚ ਲਿਖਿਆ ਹੋਇਆ, ਸਿੱਧ ਗੋਸ਼ਟ ਬਾਣੀ ਸਾਰੀ ਸਵਾਲ ਜਵਾਬ ਪ੍ਰਸ਼ਨ ਉੱਤਰ ਆ ਗਏ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਉੱਥੇ ਹੀਰਿਆਂ ਦੇ ਸਰੋਵਰ ਕੋਲੇ ਜਾ ਕੇ ਵੀ ਵਿਕੇ ਨਹੀਂ, ਟੋਏ ਕੋਲੇ ਜਾ ਕੇ ਲੋ ਵੀ ਹੀਰਿਆਂ ਦਾ ਟੋਆ ਭਰਿਆ ਪਿਆ, ਉੱਥੇ ਵੀ ਨਹੀਂ ਵਿਕਿਆਗਾ। ਠੀਕ ਹੈ ਨਾ। ਇੱਥੇ ਪਾਤਸ਼ਾਹ ਨੇ ਜ਼ਿਕਰ ਕੀਤਾ ਇਹ ਹੀਰਿਆਂ ਬਦਲੇ ਤਾਂ ਕੀ ਮਿਲਣਾ, ਇਹ ਤਾਂ ਧੂਫ ਜੋਤ ਲਾ ਕੇ ਵੀ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਮਿਲ ਸਕਦਾ। ਹੁਣ ਲਾਸਟ ਵਾਲੀ ਪੰਕਤੀ ਸੁਣ ਲਓ ਆਪਾਂ ਸਾਰੇ। ਰੂਪ ਨਾ ਧੂਪ ਨਾ ਗੰਧ ਨਾ ਦੀਪਾ, ਨਾ ਰੂਪ ਕਿਸੇ ਹੁਸਨ ਤੇ ਡੁੱਲਦਾ ਹੋ, ਨਾ ਧੂਪ ਤੇ, ਨਾ ਉਹ ਕਿਸੇ ਦੀਪ ਤੇ ਦੀਵੇ ਤੇ, ਨਾ ਦੀਵਾ ਲਾ ਕੇ ਮਿਲੇ। ਠੀਕ ਹੈ ਨਾ। ਰੂਪ ਨਾ ਧੂਪ ਨਾ ਦੀਪ, ਨਾ ਨੰਨਾ ਪੈ ਰਿਹਾ ਪਿੱਛੇ ਨਾ, ਤੇ ਸਾਨੂੰ ਸਰਦਾ ਨਹੀਂਗਾ ਨਾ ਧੂਪ ਲਾਏ ਬਿਨਾ, ਨਾ ਜੋਤ ਲਾਏ ਬਿਨਾ, ਨਾ ਕੋਈ ਹੋਰ ਕਿਸੇ ਤਰ੍ਹਾਂ ਦਾ ਟਕਵੰਜ ਕਰੇ ਬਿਨਾ ਸਾਨੂੰ ਨਹੀਂ ਸਰਦਾਗਾ। ਸਾਨੂੰ ਤਾਂ ਬਿੰਗ ਵਾਲ ਪਾ ਕੇ ਜਾਣਾ ਪੈਂਦਾਗਾ। ਕਹਿੰਦੇ ਕੁਛ ਨਹੀਂ ਹੁੰਦਾ ਤੇ ਲਾ ਕੇ ਆਵਾਂਗੇ ਜੋਤ, ਸਾਡੇ ਬਿਨਾ ਤਾਂ ਬਾਬਾ ਖੁਸ਼ ਹੀ ਨਹੀਂ ਹੋਣਾ ਜਿੰਨਾ ਚਿਰ ਅਸੀਂ ਨਹੀਂ ਸੀਖ ਘਸਾਉਂਦੇਗੇ। ਸਾਡੀ ਭਾਵਨਾ ਇਹ ਆ। ਗੁਰੂ ਸਾਹਿਬ ਕਹਿੰਦੇ ਨਾ ਐ ਥੋੜੀ ਮਿਲਦਾਗਾ। ਇਹ ਤਾਂ ਇੱਕ ਬਾਹਰ ਹੀ ਕੋਈ ਪੱਖ ਆ, ਉਹ ਚੀਜ਼ ਦਾ ਬਾਹਰੀ ਪੱਖ ਆ, ਬਸ ਉਹਦਾ ਆਪਾਂ ਸਾਰਾ ਜਾਣਦੇ ਆ। ਫਿਰ ਅੱਗੇ ਕੀ ਕਿਹਾ? ਉਹ ਤਾਂ ਇੰਨਾ ਨਜ਼ਦੀਕ ਆ ਮੇਰੇ, ਧੂਪਾਂ ਜੋਤਾਂ ਲਾ ਕੇ ਨਹੀਂ, ਸੋਨੇ ਦਾਨ ਕਰਕੇ ਨਹੀਂ, ਰੁਪਈਏ ਦੇ ਕੇ ਨਹੀਂ, ਉਹ ਇਉਂ ਨਹੀਂ ਮਿਲਦਾ। ਉਹ ਤਾਂ ਕਿਵੇਂ ਹੈਗਾ? ਓਤ ਪੋਤ ਬਿਲਕੁਲ ਨਜ਼ਦੀਕ, ਓਤ ਪੋਤ ਅੰਗ ਅੰਗ ਸੰਗ ਮੌਲਾ। ਓਤ ਪੋਤ ਨੇੜੇ ਨੇੜੇ, ਅੰਗ ਅੰਗ ਬਿਲਕੁਲ ਅੰਗਾਂ ਦੇ ਨੇੜੇ, ਸੰਗ ਬਿਲਕੁਲ ਮੇਰੇ ਸੰਗ ਆ। ਮੌਲਾ, ਮੌਲਾ ਕੌਣ? ਪਰਮਾਤਮਾ। ਫਿਰ ਪਾਤਸ਼ਾਹ ਜੀ ਕਹਿੰਦੇ ਕਹੋ ਨਾਨਕ ਪ੍ਰੈ ਰਵੀ ਸੁਹਾਗਣ, ਅਤ ਨੀਕੀ ਮੇਰੀ ਬਣੀ ਖਟੋਲੀ। ਹੇ ਵਾਹਿਗੁਰੂ ਜੀ ਮੈਨੂੰ ਚੰਗੀ ਸੁਹਾਗਣ ਬਣਾ ਲਾ, ਉਹ ਸੁਹਾਗਣ ਬਣਾ ਲਾ ਜਿਹੜੀ ਤੂੰ ਬਣਿਆ ਵਿਆਂਗਾ, ਤੂੰ ਵਿਚੋਲਾਂਗਾ, ਤੇ ਤੂੰ ਹੀ ਉਹ ਪ੍ਰਭੂ ਪਰਮਾਤਮਾ ਨਾਲ ਮਿਲਾ ਸਕਦਾ। ਭੁੱਲਾਂ ਦੀ ਖਿਮਾ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓੰਕਾਰ।